Good morning, students. Here is your next chapter, The Apple by H.G. Wells. The story The Apple by H.G. Wells is a symbolic. ਸਟੋਰੀ ਵਿੱਚ ਕੀ ਹੈ ਵੀ ਆਪਾਂ ਇੱਕ ਐਪਲ ਬਾਰੇ ਗੱਲ ਕਰਾਂਗੇ। ਸਟੋਰੀ ਕਿੱਥੋਂ ਪਿਕ ਕੀਤੀ ਗਈ ਹੈ? ਸਟੋਰੀ ਬੇਸ ਕਰਦੀ ਹੈ ਦ ਸਟੋਰੀ ਆਫ ਐਡਮ ਐਂਡ ਈਵ ਇਨ ਦਾ ਬਾਈਬਲ ਦੇ ਵਿੱਚ ਐਡਮ ਐਂਡ ਈਵ ਸੀਗੇ। ਜਿਵੇਂ ਆਪਾਂ ਆਪਣੇ ਸਭ ਤੋਂ ਫਸਟ ਮਤਲਬ ਹਿਊਮਨ ਸੀਗੇ, ਮੇਲ ਐਂਡ ਫੀਮੇਲ, ਐਡਮ ਐਂਡ ਈਵ, ਆਪਾਂ ਉਹਨਾਂ ਬਾਰੇ ਗੱਲ ਕਰਾਂਗੇ। ਦੇ ਹੈਡ ਈਟਨ ਦਾ ਫਰੂਟ ਆਫ ਫੋਰਬਿਡਨ ਟਰੀ, ਮਤਲਬ ਉਹਨਾਂ ਨੇ ਕੀ ਸੀ ਵੀ ਇੱਕ ਫਰੂਟ ਖਾ ਲਿਆ ਸੀਗਾ ਗੋਡ ਦੀ ਪਰਮਿਸ਼ਨ ਤੋਂ ਬਿਨਾਂ। ਐਂਡ ਬਰੋਟ ਮੋਰਟਲਿਟੀ ਟੂ ਦਾ ਮੈਨਕਾਇੰਡ, ਮਤਲਬ ਇਸ ਤਰੀਕੇ ਨਾਲ ਆਪਾਂ ਸਾਰੀ ਜਿਹੜੀ ਮੈਨਕਾਇੰਡ ਹੈ, ਹਿਊਮੈਨਿਟੀ ਆ, ਉਹ ਕ੍ਰੀਏਟ ਹੋ ਗਈ, ਮਤਲਬ ਉਹਦਾ ਬਰਥ ਹੋਣਾ ਸ਼ੁਰੂ ਹੋ ਗਿਆ। Mr. Hinchcliffe is a typical modern man. He is pulled by two opposite forces in his mind. On the one hand, he wishes to taste the fruit, and on the other, he does not. Mr. Hinchcliffe had just passed the matriculation examination from London University. He was going to be a junior assistant at a Homewood grammar school. ਉਹ ਸਿਰਫ ਮਤਲਬ ਕੀ ਹੈ, ਇੱਕ junior assistant ਹੈਗਾ grammar school ਦੇ ਵਿੱਚ। While travelling in the railway carriage, he came across a tall, dark, sunburnt man with a pale face. ਇੱਕ ਵਾਰ ਕੀ ਸੀ, ਜਦੋਂ ਉਹਨੇ ਟਰੈਵਲ ਕਰ ਰਿਹਾ ਸੀਗਾ ਇੱਕ ਰੇਲਵੇ ਕੈਰੀਏਜ 'ਤੇ, ਉਹਨੇ ਕੀ ਦੇਖਿਆ ਵੀ ਉਹਨੂੰ ਇੱਕ ਪਰਸਨ ਮਿਲਿਆ, ਉਹ ਕਿ ਟੌਲ ਸੀਗਾ, ਡਾਰਕ ਹੈ, ਸਨਬਰਨਟ ਮੈਨ ਆ, ਉਹਦਾ ਪੇਲ ਫੇਸ ਹੈ। The stranger took a bag, unlocked it, and quite silently he drew something round and wrapped in a silver paper. ਉਹ ਸਟ੍ਰੇਂਜਰ ਦੇ ਕੋਲ ਕੀ ਸੀ, ਇੱਕ ਬੈਗ ਸੀਗਾ, ਓਪਨ ਸੀ, ਉਹਦੇ ਵਿੱਚ ਕੀ ਸੀਗਾ ਵੀ ਇੱਕ ਕੁਛ ਸੀਗਾ, ਉਹਦੇ ਵਿੱਚ ਕੋਈ ਥਿੰਗ ਸੀਗੀ, ਉਹ ਕੀ ਸੀ, ਰੇਪ ਕੀਤੀ ਹੋਈ ਸੀ ਸਿਲਵਰ ਪੇਪਰ ਦੇ ਨਾਲ। He unfolded it carefully. He held it out towards Mr. Hinchcliffe, ਮਤਲਬ ਉਹਨੇ ਉਹਨੂੰ ਸ਼ੋਅ ਕੀਤੀ ਉਹ ਵਾਲੀ ਜਿਹੜੀ ਥਿੰਗ ਸੀਗੀ। ਇਟ ਵਾਜ਼ ਅ ਸਮਾਲ ਵੈਰੀ ਸਮੂਥ ਗੋਲਡਨ ਯੈਲੋ ਫਰੂਟ। ਉਹਦੇ ਵਿੱਚ ਕੀ ਸੀ ਵੀ ਇੱਕ ਛੋਟਾ ਜਿਹਾ ਕੁਛ ਸਮੂਥ ਇੱਕ ਫਰੂਟ ਸੀਗਾ, ਯੈਲੋ ਫਰੂਟ ਸੀਗਾ। ਦ ਸਟ੍ਰੇਂਜਰ ਟੋਲਡ ਮਿਸਟਰ ਹਿੰਚਕਲਿਫ ਦੈਟ ਇਟ ਵਾਜ਼ ਦ ਐਪਲ ਆਫ ਟਰੀ ਆਫ ਨੌਲੇਜ। ਉਹਨੇ ਉਹਨੂੰ ਕਿਹਾ ਕਿ ਜਿਹੜਾ ਮਤਲਬ ਇਹ ਐਪਲ ਹੈ ਇੱਕ ਟਰੀ ਆਫ ਨੌਲੇਜ ਹੈ, ਮਤਲਬ ਇਹਨੂੰ ਕੀ ਮੈਨੂੰ ਬਾਈਟ ਕਰਕੇ ਇੱਕ ਪਰਸਨ ਇੱਕ ਨੌਲੇਜ ਆ ਜੂਗੀ। ਹੀ ਵਾਜ਼ ਗੋਇੰਗ ਟੂ ਗਿਵ ਇਟ ਟੂ ਮਿਸਟਰ ਹਿੰਚਕਲਿਫ who for a moment thought that the man was mad. ਹੁਣ ਹਿੰਚਕਲਿਫ ਨੂੰ ਕੀ ਲੱਗਿਆ ਕਿ ਪਰਸਨ ਕੀ ਹੈਗਾ, ਮੈਡ ਹੈ। The stranger disclosed that the fruit never faded. ਸਟ੍ਰੇਂਜਰ ਨੇ ਇਹ ਵੀ ਗੱਲ ਦੱਸੀ, ਉਹਨੂੰ ਡਿਸਕਲੋਜ਼ ਕੀਤੀ ਕਿ ਜਿਹੜਾ ਫਰੂਟ ਹੈ ਉਹ ਕਦੇ ਵੀ ਫੇਡ ਨਹੀਂ ਹੋਵੇਗਾ। He had got it 3 months before. ਉਹਨੇ ਕਿਹਾ ਵੀ ਉਹਨੂੰ ਵੀ 3 ਮਹੀਨੇ ਹੋ ਗਏ ਇਹਨੂੰ ਆਪਣੇ ਕੋਲ ਰੱਖੇ ਹੋਏ। ਮਿਸਟਰ ਹਿੰਚਕਲਿਫ ਵਾਂਟਡ ਟੂ ਨੋ ਹਾਊ ਹੀ ਹੈਡ ਕਮ ਬਾਈ ਇਟ। ਉਹਨੇ ਜਾਣਨਾ ਚਾਹੀਦਾ ਵੀ ਤੇਰੇ ਕੋਲ ਫਰੂਟ ਆਇਆ ਕਿੱਥੋਂ। He also wondered how he was sure that it was the fruit of the tree of knowledge. The stranger told Mr. Hinchcliffe that he had bought the fruit 3 months ago from a drink of water and a piece of bread from a man of Armenia. ਉਹਨੇ ਕਿਹਾ ਕਿ ਇਹ ਜਿਹੜਾ ਫਰੂਟ ਸੀਗਾ ਉਹਨੇ ਇੱਕ ਪਰਸਨ ਤੋਂ ਕੀ ਹੈ ਬੋਟ ਕੀਤਾ ਹੈਗਾ ਇੱਕ ਡਰਿੰਕ ਦੇ ਦੇਣ ਦੇ ਲਈ, ਫॉर ਅ ਡਰਿੰਕ ਆਫ ਵਾਟਰ, ਉਹਨੂੰ ਇੱਕ ਕੁਛ ਖਾਣ ਲਈ ਦਿੱਤਾ, ਬ੍ਰੈਡ, ਪੀਸ ਆਫ ਬ੍ਰੈਡ ਦਿੱਤਾ ਅਰਮੈਨੀਆ ਦੇ ਇੱਕ ਪਰਸਨ ਨੂੰ। ਦ ਅਰਮੈਨੀਅਨ ਫਲੀਇੰਗ ਵਿਦ ਅਦਰਸ ਫਰੋਮ ਦ ਕੋਰਸ went into desolate places among the mountain places beyond the common knowledge of men. ਹੁਣ ਜਿਹੜੇ ਅਰਮੈਨੀਅਨ ਸੀ, ਮਤਲਬ ਕੈਟਾਗਰੀ ਦੀ ਗੱਲ ਕਰਦੇ ਆਪਾਂ, ਅਰਮੈਨੀਅਨ ਔਰ ਕੁਰਸ ਇੱਕ ਕੈਟਾਗਰੀ ਹੈ, ਮਤਲਬ ਉਹ ਕੀ ਸੀ ਕਹਿੰਦਾ ਵੀ ਉਹ ਪਰਸਨ ਕੀ ਨੇ ਫਲੀ ਹੋ ਗਏ, ਉੱਥੋਂ ਭੱਜ ਗਏ ਕਿਸੇ ਆਈਸੋਲੇਟ ਜਗ੍ਹਾ ਦੇ ਵਿੱਚ ਕੁਛ ਲੱਭਣ ਦੇ ਲਈ। everyone except this and another man was killed. ਉਹ ਕਹਿੰਦਾ ਵੀ ਸਿਰਫ ਇੱਕ ਪਰਸਨ ਰਹਿ ਗਿਆ, ਬਾਕੀ ਸਾਰੇ ਪਰਸਨ ਕੀ ਸੀ, ਮਰ ਚੁੱਕੇ ਸੀ। the Armenian after a great struggle met his companion. ਉਹ ਆਪਣੇ ਸਾਥੀ ਨੂੰ ਮਿਲਿਆ, ਕਾਫੀ ਜਿਹੜਾ ਅਰਮੈਨੀਅਨ ਜਿਹੜੀ ਕੈਟਾਗਰੀ ਦਾ ਇੱਕ ਪਰਸਨ ਜਿਹਦੇ ਕੋਲ ਫਰੂਟ ਸੀਗਾ ਆਲਰੇਡੀ, ਉਹ ਵਾਲਾ ਪਰਸਨ ਮਿਲਿਆ ਕਾਫੀ ਸਟਰਗਲ ਤੋਂ ਬਾਅਦ। a shepherd who had been also escaped. the 2 men wandered 3 whole days in the mountain and the bushes. ਤਿੰਨੋਂ ਪਰਸਨ ਕੀ ਸੀ ਵੀ ਸਾਰਾ ਦਿਨ ਘੁੰਮਦੇ ਰਹੇ ਮਾਊਂਟੇਨ ਦੇ ਵਿੱਚ, ਸਾਰੀਆਂ ਉਹ ਵਾਲੀਆਂ ਬੱਸਿਸ ਦੇ ਵਿੱਚ। It was in the evening time that they reached a dark valley, all set about strange trees. In these trees hung little globes like strange round yellow lights. ਕਹਿੰਦਾ ਵੀ ਸ਼ਾਮ ਦਾ ਟਾਈਮ ਹੋ ਗਿਆ, ਉਹ ਇੱਕ ਡਾਰਕ ਵੈਲੀ ਦੇ ਵਿੱਚ ਪਹੁੰਚ ਗਏ, ਇੱਕ ਖਾੜੀ ਦੇ ਵਿੱਚ ਪਹੁੰਚ ਗਏ, ਕਾਫੀ ਡੀਪ ਸੀਗੀ। all set about strange trees, ਸਾਰੇ ਕਿਤੇ ਕੀ ਸੀ, ਟਰੀਜ਼ ਸੀਗੇ। in these trees hung little globes. ਕਹਿੰਦਾ ਵੀ ਉੱਤੇ ਕੁਛ ਗਲੋਬਸ ਕੀ ਸੀ, ਹੰਗ ਕੀਤੇ ਹੋਏ ਸੀ ਟਰੀ ਦੇ ਵਿੱਚ। ਕਹਿੰਦਾ ਵੀ ਯੈਲੋ ਲਾਈਟਸ ਦਿਖ ਰਹੀਆਂ ਸੀ ਬਿਲਕੁਲ, ਮਤਲਬ ਹੁਣ ਉਸ ਫਰੂਟ ਦੀ ਗੱਲ ਕਰ ਰਹੇ ਆ।
Suddenly, this valley was lit far away, many miles away, knowing the legends of mountains. The two men immediately knew that it was Eden they saw. Suddenly ਕੀ ਹੋਇਆ, ਵੈਲੀ ਤੋਂ ਉੱਥੋਂ ਭੱਜ ਗਏ, ਮੈਨੀ ਮਾਈਲਸ ਅਗੇ ਅਵੇ, ਕਾਫੀ ਦੂਰ, ਨੋਇੰਗ ਦਾ ਲੀਜੈਂਡਸ ਆਫ ਮਾਊਂਟੇਨਸ, ਉਹਨਾਂ ਨੂੰ ਪਤਾ ਚੱਲਿਆ ਵੀ ਜਿਹੜੀਆਂ ਮਾਊਂਟੇਨਸ ਨੇ ਮਤਲਬ ਇਹ ਲੀਜੈਂਡਸ ਨੇਗੇ. ਦ ਟੂ ਮੈਨ ਇਮੀਡੀਏਟਲੀ ਨਿਊ ਦੈਟ ਇਟ ਵਾਸ ਐਡਨ, ਤਾਂ ਮਤਲਬ ਇਮੀਡੀਏਟਲੀ ਨੌਲੇਜ ਆ ਗਈ ਵੀ ਹਾਂ, ਪਤਾ ਚੱਲ ਗਿਆ, ਜਾਣ ਚੁੱਕੇ ਸੀ ਮਤਲਬ ਉਹ ਵੀ ਇਹ ਐਡਨ ਦਾ ਫੋਰੈਸਟ ਸੀਗਾ. ਠੀਕ ਹੈ. They fell upon their faces like men struck dead. When they dared to look again, the valley was dark for a short time, then the light came again. ਹੁਣ ਕੀ ਸੀ ਵੀ ਉਹਨਾਂ ਡੇਅਰ ਕੀਤੀ ਵੀ ਦੁਬਾਰਾ ਚੱਲੀ ਤਾਂ ਸਾਰੇ ਕਿਤੇ ਕੀ ਸੀਗੀ, ਲਾਈਟ ਆ ਚੁੱਕੀ ਸੀ. The shepherd jumped up and began to run towards the light. shepherd ਕੀ ਸੀਗਾ, jump ਕੀਤਾ, began to run towards the light. The other man was too terrified to follow him. ਦੂਸਰਾ ਪਰਸਨ ਉਹਨੂੰ ਫਾਲੋ ਕਰ ਰਿਹਾ ਸੀਗਾ. He stood watched the shepherd. ਉਹਨੇ shepherd ਨੂੰ ਰੁਕੇ ਹੋਏ ਦੇਖਿਆ. There came a noise like thunder. ਮਤਲਬ ਇੱਕ thunder ਦੀ ਆਵਾਜ਼ ਉਹਨੇ ਸੁਣੀ. The man turned in the hope that he might still escape. He hurried headlong up the slope again. He stumbled against one of the bushes and ripe fruit came off into his hand. ਉਹਨੇ ਕੀ ਕੀਤਾ ਵੀ ਉੱਥੋਂ ਉਹ ਜਲਦੀ ਨਾਲ ਭੱਜਣਾ ਚਾਹੇ. Stumbled against one of the bushes.